ਸਲਾਮੁਅਲੈकुम ਸਾਰਿਆਂ ਨੂੰ। ਮੇਰੇ ਕੋਲ ਡਾਕਟਰ ਅਵੈਸ ਸਾਹਿਬ ਆਏ ਨੇ ਸਾਡੇ ਮੰਡੀ ਭਾਓ ਦੀ ਆਪਣੀ ਖਿਦਮਤ ਸਰ ਅੰਜਾਮ ਦੇਣ ਡੰਗਰਾਂ ਨੂੰ ਲੈ ਕੇ ਡੇਅਰੀ ਫਾਰਮ ਨੂੰ ਲੈ ਕੇ। ਮੈਂ ਨਵਾਂ ਸ਼ੁਰੂ ਕੀਤਾ, ਮੈਨੂੰ ਡਾਕਟਰ ਸਾਹਿਬ ਇੰਨਾ ਪਤਾ ਨਹੀਂ ਹੈ। ਤੇ ਮੈਂ ਜਦੋਂ ਡੰਗਰ ਲੈ ਕੇ ਆਇਆ ਨਾ ਤੇ ਬਹੁਤ ਸਾਰੇ ਦੋਸਤਾਂ ਨੇ ਮਤਲਬ ਵੀਡੀਓ ਵੇਖ ਕੇ ਜਾਂ ਉੱਦਾਂ ਮਸ਼ਵਰੇ ਦਿੱਤੇ ਜਾਂ ਇੱਥੋਂ ਵੇਖਣ ਆ ਜਾਂਦੇ ਉੱਦਾਂ ਜੀ ਇਹਨਾਂ ਦੇ ਮਿਹਦੇ ਖਰਾਬ ਨੇ, ਇਹਨਾਂ ਨੂੰ ਮਿਹਦੇ ਦੀ ਕੋਈ ਦਵਾਈ ਦਿਓ। ਉਹਦੇ ਤੇ ਦੱਸੋ ਮਿਹਦੇ ਕਿਵੇਂ ਖਰਾਬ? ਪਹਿਲੇ ਨੰਬਰ ਤੇ ਅੱਲਾਹ ਤਾਲਾ ਨੇ ਦੁਨੀਆ ਦੇ ਦੋ ਕਿਸਮ ਦੇ ਜਾਨਦਾਰ ਪੈਦਾ ਕੀਤੇ ਨੇ। ਪਹਿਲਾ ਉਹ ਜਾਨਦਾਰ ਪੈਦਾ ਕੀਤਾ ਜਿਹਨੂੰ ਅੱਲਾਹ ਨੇ ਮਿਹਦਾ ਲਾਇਆ, ਤੇ ਦੂਸਰਾ ਉਹ ਜਾਨਦਾਰ ਪੈਦਾ ਕੀਤਾ ਜਿਹਨੂੰ ਅੱਲਾਹ ਨੇ ਮਿਹਦਾ ਨਹੀਂ ਲਾਇਆ। ਹੁਣ ਅਸੀਂ ਫਰਕ ਕਿਸ ਤਰ੍ਹਾਂ ਕੱਢ ਸਕਦੇ ਹਾਂ? ਇੱਕ ਜਾਨਦਾਰ ਉਹ ਹੈ ਜਿਹੜਾ ਜੁਗਾਲੀ ਕਰਦਾ, ਦੂਸਰਾ ਜਾਨਦਾਰ ਉਹ ਹੈ ਜਿਹੜਾ ਜੁਗਾਲੀ ਨਹੀਂ ਕਰਦਾ। ਇਨਸਾਨ ਹੈ ਜੁਗਾਲੀ ਨਹੀਂ ਕਰਦਾ, ਮਿਹਦੇ ਦਾ ਮਾਲਕ ਹੈ। ਘੋੜਾ ਜੁਗਾਲੀ ਨਹੀਂ ਕਰਦਾ, ਮਿਹਦੇ ਦਾ ਮਾਲਕ ਹੈ। ਮੱਝ, ਗਾਂ, ਊਂਠ ਤੇ ਬੱਕਰੀ ਇਹ ਜੁਗਾਲੀ ਕਰਦੀਆਂ ਨੇ, ਇਹਨਾਂ ਨੂੰ ਅੱਲਾਹ ਨੇ ਮਿਹਦਾ ਨਹੀਂ ਲਾਇਆ। ਇਹਨਾਂ ਦਾ ਅੱਲਾਹ ਨੇ ਸਿਸਟਮ ਚੇਂਜ ਕੀਤਾ ਹੈ ਮਿਹਦੇ ਵਾਲੇ ਨਾਲੋਂ। ਕਿਸ ਤਰ੍ਹਾਂ ਚੇਂਜ ਕੀਤਾ ਹੈ? ਇਹਨਾਂ ਦੇ ਅੱਲਾਹ ਨੇ 4 ਖਾਨੇ ਬਣਾਏ ਨੇ। ਪਹਿਲਾ ਖਾਨਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਰੂਮਨ ਜਾਂ ਓਜੜੀ, ਇੱਕ ਨਾਲ ਖਾਨਾ ਹੁੰਦਾ ਹੈ ਜਿਹਨੂੰ ਅਸੀਂ ਪਤੋਜੜੀ ਕਹਿੰਦੇ ਆ। ਐਬੋਮੇਜ਼ਮ ਤੇ ਮੇਜ਼ਮ 4 ਖਾਨੇ ਨੇ। 4 ਖਾਨਿਆਂ ਦਾ ਅੱਲਾਹ ਨੇ ਜਿਹੜਾ ਸਿਸਟਮ ਅੰਦਰ ਰੱਖਿਆ ਸਿਰਫ ਖੁਰਾਕ ਨੂੰ ਸਟੋਰ ਕਰਨ ਦਾ। ਇਹਨਾਂ ਦਾ ਕੰਮ ਹੈ ਸਟੋਰ ਕਰਨਾ। ਅੱਗੋਂ ਅੱਲਾਹ ਨੇ ਅੰਦਰ ਅੰਤੜੀਆਂ ਜੋੜੀਆਂ ਨੇ ਜਿਨ੍ਹਾਂ ਨੂੰ ਅਸੀਂ ਇੰਟੈਸਟਾਈਨਲ, ਲਾਰਜ ਇੰਟੈਸਟਾਈਨ ਤੇ ਸਮਾਲ ਇੰਟੈਸਟਾਈਨ ਕਹਿੰਦੇ ਆ। ਇਹਨਾਂ ਇੰਟੈਸਟਾਈਨਾਂ ਦਾ ਕੰਮ ਹੈ, ਇਹਨਾਂ ਦੇ ਅੰਦਰ ਅੱਲਾਹ ਨੇ ਇੱਕ ਕੀੜਾ ਰੱਖਿਆ ਜਿਹਦਾ ਨਾਮ ਮਾਈਕਰੋਬਸ ਹੈ ਜਾਂ ਮਾਈਕਰੋਫਲੋਰਾ ਹੈ। ਇਹ ਖੁਰਾਕ ਨੂੰ ਡਾਈਜੈਸਟ ਕਰਦਾ ਹੈ। ਤੁਸੀਂ ਜਿਹੜੀ ਵੀ ਚੀਜ਼ ਜਾਨਵਰ ਨੂੰ ਖਿਲਾਉਂਦੇ ਹੋ ਨਾ, ਉਹਦੇ ਵਿੱਚ ਜਿਹੜਾ ਗਜ਼ਾਈ ਜੋ ਅੱਲਾਹ ਨੇ ਰੱਖਿਆ ਉਸ ਕੀੜੇ ਨੇ ਚੁੱਕ ਕੇ ਉਹਨੂੰ ਖੂਨ 'ਚ ਸ਼ਾਮਲ ਕਰਨਾ ਹੈ। ਉਹਦੇ ਨਾਲ ਜਾਨਵਰ ਨੇ ਜਿਹੜਾ ਨਾ ਉਹਦਾ ਹਾਜ਼ਮਾ ਹੋਣਾ ਹੈ। ਅਗਰ ਤੁਸੀਂ ਕਹੋ ਕਿ ਜਾਨਵਰ ਨੂੰ ਖਿਲਾਈਏ ਤੇ ਜਾਨਵਰ ਬਗੈਰ ਜੁਗਾਲੀ ਤੋਂ ਠੀਕ ਰਵੇ, ਤੰਦਰੁਸਤ ਰਵੇ, ਤੇ ਜਿਹੜਾ ਜੁਗਾਲੀ ਰੋਕ ਜਾਂਦਾ ਉਹ ਬਿਮਾਰ ਹੁੰਦਾ ਹੈ। ਇਨਸਾਨ ਜੁਗਾਲੀ ਕਰਦਾ ਕੋਈ ਨਹੀਂ, ਇਨਸਾਨ ਨੂੰ ਕਰਨ ਦੀ ਜ਼ਰੂਰਤ ਕੋਈ ਨਹੀਂ। ਜਾਨਵਰ ਅਗਰ ਜੁਗਾਲੀ ਕਰੇਗਾ ਨਹੀਂ ਕਰੇਗਾ ਨਾ ਤੇ ਜਿਹੜਾ ਜਾਨਵਰ ਸਮਝ ਲਓ ਜਿਹੜਾ ਜਾਨਦਾਰ ਜੁਗਾਲੀ ਨਹੀਂ ਕਰਦਾ ਉਹਨੂੰ ਅੱਲਾਹ ਨੇ ਮਿਹਦਾ ਲਾਇਆ, ਤੇ ਜਿਹੜਾ ਜੁਗਾਲੀ ਕਰਦਾ ਉਹਨੂੰ ਅੱਲਾਹ ਨੇ ਮਿਹਦਾ ਕੋਈ ਨਹੀਂ ਲਾਇਆ। ਇਸ ਕਰਕੇ ਮਿਹਦੇ ਦੀਆਂ ਦਵਾਈਆਂ ਦੇਣੀਆਂ ਬੰਦ ਕਰੋ ਜਾਨਵਰਾਂ ਨੂੰ। ਨਹੀਂ, ਇਹਦਾ ਮਤਲਬ ਵੀ ਡੰਗਰ ਦਾ ਮਿਹਦਾ ਹੈ ਹੀ ਹੁੰਦਾ ਹੀ ਨਹੀਂ। ਜਾਨਵਰ ਕੋਲ ਮਿਹਦਾ ਨਹੀਂ ਹੁੰਦਾ। ਜਾਨਵਰ ਤੋਂ ਮੁਰਾਦ ਇਹ ਕਿ ਕਿਵੇਂ ਉਹਦਾ ਮੈਕੈਨਿਜ਼ਮ ਕੀ ਹੈ, ਹਜ਼ਮ ਕਿਵੇਂ ਕਰਦਾ? ਅੰਤੜੀਆਂ ਦੇ ਅੰਦਰ ਇੱਕ ਕੀੜਾ ਹੁੰਦਾ ਜਿਹਨੂੰ ਅਸੀਂ ਕਹਿੰਦੇ ਮਾਈਕਰੋਬਸ। ਮਾਈਕਰੋਬਸ ਦੀ ਅੱਲਾਹ ਨੇ ਡਿਊਟੀ ਇਹ ਲਾਈ ਹੈ। ਨਹੀਂ, ਪਹਿਲਾ ਕੁਐਸਚਨ ਇਹ ਵੀ ਜਦੋਂ ਡੰਗਰ ਸਬੂਤਾ ਪੱਠਾ ਨਗਾ ਲੈਂਦਾ, ਮਤਲਬ ਉਹਦੇ ਜਿਵੇਂ ਤੁਸੀਂ ਜੁਗਾਲੀ ਕਹਿੰਦੇ ਜੀ ਮਤਲਬ ਉਹਨੂੰ ਦੁਬਾਰਾ ਰੀਪ੍ਰੋਸੈਸ ਕਰਦਾ ਜਾਂ ਕੋਈ ਕੀੜਾ ਹੀ ਸਾਰਾ ਕੁਝ ਕਰਦਾ? ਨਹੀਂ, ਰੀਪ੍ਰੋਸੈਸ ਕਰਦਾ ਹੈ। ਅੱਲਾਹ ਤਾਲਾ ਨੇ ਜਿਸ ਟਾਈਮ ਦੁਨੀਆ ਤਖਲੀਕ ਕੀਤੀ ਹੈ, ਮੇਰੀ ਆਪਣੀ ਆਬਜ਼ਰਵੇਸ਼ਨ ਇਹ ਹੈ ਕਿ ਉਸ ਟਾਈਮ ਇਹ ਜਾਨਵਰ ਜਿਹੜੇ ਸਨ, ਇਹ ਖੁਰਾਕ ਅਗਰ ਇਹਨਾਂ ਨੂੰ ਅੱਲਾਹ ਉਸ ਟਾਈਮ ਮਿਹਦਾ ਲਾਂਦਾ ਤੇ ਮਿਹਦੇ ਵਾਲਾ ਜਿਹੜਾ ਉਹਨੇ ਇੱਕੋ ਦਫਾ ਨਿਕਲਣੀ ਹੈ। ਇਹ ਜੰਗਲਾਂ ਦੇ ਵਿੱਚ ਖੁੱਲੇ ਫਿਰਦੇ ਸਨ, ਇਹਨਾਂ ਨੇ ਇੱਕੋ ਟਾਈਮ ਦੇ ਵਿੱਚ ਸਾਬਤ ਖੁਰਾਕ ਨਿਕਲੀ ਹੈ। ਫਿਰ ਕਿਸੇ ਸੇਫ ਜਗ੍ਹਾ ਤੇ ਜਾ ਕੇ ਬਹਿ ਕੇ ਦੂਸਰੇ ਜੰਗਲੀ ਜਾਨਵਰਾਂ ਤੋਂ ਬਚਣ ਵਾਸਤੇ ਉੱਥੇ ਜਾ ਕੇ ਜੁਗਾਲੀ ਕੀਤੀ ਹੈ। ਜੁਗਾਲੀ ਕਰਕੇ ਇਹਨੂੰ ਹਜ਼ਮ ਕੀਤਾ, ਸਾਬਤ ਨਿਕਲਿਆ। ਉਸ ਤੋਂ ਬਾਅਦ ਉਹਨੂੰ ਪ੍ਰੋਸੈਸ ਕਰਕੇ ਫਿਰ ਮੂੰਹ ਚ ਲਿਆਇਆ, ਫਿਰ ਜੁਗਾਲੀ ਚੁਇੰਗਿੰਗ ਕੀਤੀ ਉਹਨੇ, ਫਿਰ ਵਾਪਸ ਖੜਿਆ, ਫਿਰ ਉਸ ਤੋਂ ਬਾਅਦ ਖੁਰਾਕ ਨੇ ਜਿਹੜਾ ਨਾ ਉਹ ਹਜ਼ਮ ਹੋਣ ਦਾ ਮਰਾਹਿਲ ਜਿਹੜਾ ਨਾ ਉਹ ਮਾਈਕਰੋਬਸ ਦੇ ਜ਼ਰੀਏ ਸ਼ੁਰੂ ਹੋ ਗਿਆ। ਬੜੀ ਇੰਟਰਸਟਿੰਗ ਗੱਲ ਕਿ ਡੰਗਰ ਦਾ ਮਿਹਦਾ ਹੈ ਹੀ ਨਹੀਂ ਤੇ ਉਹ ਹਜ਼ਮ ਕਿਵੇਂ ਕਰਦਾ, ਡਾਕਟਰ ਸਾਹਿਬ ਨੇ ਦੱਸਿਆ। ਇਹ ਮੈਨੂੰ ਅੱਜ ਪਹਿਲੀ ਵਾਰੀ ਪਤਾ ਲੱਗਾ।